ਉਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂਦੇਵ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਅੱਜ ਆਪਾਂ ਇੱਕ ਸ਼ਬਦ ਵਿਚਾਰ ਕਰਦੇ ਹਾਂ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਕਿ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਕਿ ਜਿੰਨੇ ਵੀ ਸਰੀਰ ਨੇ, ਜਿੰਨੇ ਵੀ ਬਦਨ ਨੇ, ਪਰਮਾਤਮਾ ਨੇ ਉਹਨਾਂ ਨੂੰ ਇੱਕ ਮਾਨਸਿਕ ਮੰਡਲ ਦਿੱਤਾ, ਇੱਕ ਬੌਧਿਕ ਮੰਡਲ ਦਿੱਤਾ ਅਤੇ ਉਸ ਬੌਧਿਕ ਮੰਡਲ ਦੇ ਨਾਲ ਉਹ ਆਪ ਆਪਣੀ ਬੂਝ ਉਚਾਰੇ। ਜਿੰਨੀ ਕੁ ਉਹਨਾਂ ਨੂੰ ਸਮਝ ਹੁੰਦੀ ਆ ਉਨੀ ਕੁ ਸਮਝ ਦੇ ਨਾਲ ਉਹ ਆਪਣੀ ਬੂਝ ਨੂੰ ਉਚਾਰ ਦਿੰਦੇ ਹਨ। ਭਾਵ ਕਿ ਉਨੀ ਕੁ ਸਮਝ ਦੇ ਨਾਲ ਉਹ ਗੁਰਬਾਣੀ ਦੇ ਸ਼ਬਦਾਂ ਨੂੰ ਆਪਦੀ ਮੱਤ ਨਾਲ, ਆਪਦੀ ਬੁੱਧੀ ਨਾਲ, ਆਪਦੀ ਸਮਝ ਨਾਲ ਉਹ ਓਨਾ ਕੁ ਹੀ ਐਕਸਪਲੇਨ ਕਰਦੇ ਹਨ ਜਿੰਨਾ ਕੁ ਉਹ ਉਹਨਾਂ ਦੇ ਮਤਲਬ ਦਾ ਹੁੰਦਾ ਹੈ। ਪਰ ਮਹਾਰਾਜ ਕਹਿੰਦੇ ਕਿ ਭਾਈ ਇਹ ਉਹਨਾਂ ਦੀ ਮੱਤ ਹੈ, ਪਰ ਜਿਹੜਾ ਪਰਮਾਤਮਾ ਹੈ ਉਹ ਉਹਨਾਂ ਦੇ ਵੱਧ ਘੱਟ ਕਹਿਣ ਦੇ ਨਾਲ ਛੋਟਾ ਵੱਡਾ ਨਹੀਂ ਹੁੰਦਾ ਹੈ। ਸੋ ਅੱਜ ਜਿਹੜਾ ਸ਼ਬਦ ਹੈ, ਜਿਸ ਨੂੰ ਕਿ ਬੜੇ ਬੜੇ ਸਿਆਣੇ ਲੋਕ ਮੈਂ ਦੇਖਿਆ ਹੈ ਕਿ ਦੂਜੇ ਪੰਕਤੀ ਨੂੰ ਨਾ ਜੋੜ ਕੇ ਉਹ ਕੱਲੀ ਪੰਕਤੀ ਦਾ ਇੱਕ ਅਰਥ ਬਣਾ ਦਿੰਦੇ ਹਨ। ਉਹ ਕਹਿੰਦੇ ਹਨ ਕਿ ਨੱਚਣ ਕੁੱਦਣ ਮਨ ਕਾ ਚਾਓ, ਭਾਈ ਨੱਚੋ ਕੁੱਦੋ ਅਤੇ ਮਨ ਕਾ ਚਾਓ ਪੂਰਾ ਕਰੋ, ਹੈ ਨਾ। ਪਰ ਇਹਦਾ ਅਰਥ ਅਗਲੀ ਪੰਕਤੀ ਦੇ ਵਿੱਚ ਆ, ਇਹਦਾ ਉੱਤਰ ਆ ਜਿਹੜਾ ਉਹ ਅਗਲੀ ਪੰਕਤੀ ਦੇ ਵਿੱਚ ਆ। ਮਹਾਰਾਜ ਕਹਿੰਦੇ ਨੇ ਕਿ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ। ਭਾਵ ਨੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੀ ਰਿਸਪੈਕਟ ਆ, ਪਰਮਾਤਮਾ ਦਾ ਡਰ ਆ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਅਦਬ ਆ, ਤਿਨਾ ਮਨ ਭਾਓ, ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰੇਮ ਪੈਦਾ ਹੁੰਦਾ ਹੈ। ਸੋ ਅਰਥ ਦਾ ਅਨਰਥ ਕਈ ਵਾਰੀ ਇੱਦਾਂ ਗੱਲ ਬਣ ਜਾਂਦੀ ਹੈ। ਆਪਾਂ ਵਿਚਾਰ ਕਰੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਹੜੇ ਨਾਚ ਦੀ ਗੱਲ ਕੀਤੀ ਹੈ। ਜਿਹੜਾ ਇਹ ਸ਼ਬਦ ਹੈ ਕਿ ਨੱਚਣ ਕੁੱਦਣ ਮਨ ਕਾ ਚਾਓ, ਇਹ ਜਿਹੜੇ ਰਾਸ ਲੀਲਾ ਪਾਉਂਦੇ ਲੋਕ ਸੀ ਉਹਨਾਂ ਵਕਤਾਂ ਦੇ ਵਿੱਚ ਇਹ ਉਹਨਾਂ ਦੇ ਪਰਥਾਏ ਉਚਾਰਿਆ ਹੋਇਆ ਸ਼ਬਦ ਆ ਕਿ ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ। ਉਸ ਵਕਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਇਹ ਲੋਕ ਆਏ ਹੋਏ ਸੀਗੇ ਕਿ ਜਿਹੜੇ ਕਹਿੰਦੇ ਸੀ ਕਿ ਨੱਚਣ ਦੇ ਨਾਲ, ਰਾਸ ਲੀਲਾ ਪਾਉਣ ਦੇ ਨਾਲ ਪ੍ਰਭੂ ਦਾ ਜਸ ਹੁੰਦਾ ਹੈ, ਭਾਵ ਕਿ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੋ ਮਹਾਰਾਜ ਨੇ ਫਿਰ ਇਹ ਸ਼ਬਦ ਉਹਨਾਂ ਨੂੰ ਉੱਥੇ ਸਮਝਾਉਣਾ ਕੀਤਾ ਕਿ ਭਾਈ ਜਿਹੜੇ ਚੇਲੇ ਨੇ ਉਹ ਵਾਜੇ ਵਜਾਉਂਦੇ ਨੇ ਅਤੇ ਨੱਚਦੇ ਨੇ ਗੁਰੂ, ਹੈ ਨਾ। ਜਿਹੜਾ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਪੈਰ ਹਿਲਾਇਨ ਫੇਰਨ ਸਿਰ, ਉਹ ਜਿਹੜੀ ਰਾਸ ਪਾਉਂਦੇ ਸੀਗੇ ਉਹ ਰਾਸ ਪੈਰ ਹਿਲਾਇਨ, ਪੈਰ ਹਿਲਾ ਕੇ ਰਾਸ ਪਾਉਂਦੇ ਸੀਗੇ। ਉਹਦੇ ਨਾਲ ਕੀ ਹੁੰਦਾ ਸੀ, ਉਹ ਗੁਰੂ ਸਾਹਿਬ ਕਹਿੰਦੇ ਉੱਡ ਉੱਡ ਰਾਵਾ, ਰਾਵਾ ਹੁੰਦਾ ਰੇਤਾ, ਥੱਲੋਂ ਧੂੜ, ਉੱਡ ਉੱਡ ਰਾਵਾ ਝਾਟੇ ਪਾਏ। ਉਹਨਾਂ ਦੇ ਝਾਟੇ ਦੇ ਵਿੱਚ, ਸਿਰ ਦੇ ਵਿੱਚ ਨੰਗਾ ਸਿਰ ਹੁੰਦਾ ਸੀਗਾ, ਨੰਗੇ ਸਿਰ ਦੇ ਵਿੱਚ ਜਾ ਕੇ ਰਾਵਾ ਉੱਡ ਕੇ ਪੈਂਦਾ ਸੀ, ਝਾਟੇ ਪੈਂਦਾ ਸੀ। ਅਤੇ ਫਿਰ ਜਿਹੜੇ ਲੋਕ ਆਏ ਹੁੰਦੇ ਸੀ ਉਹਨਾਂ ਦੀ ਰਾਸ ਦੇਖਣ ਵਾਸਤੇ, ਵੇਖਿਆ ਲੋਕ, ਜਿਹੜੇ ਲੋਕ ਉਸ ਰਾਸ ਨੂੰ ਦੇਖਣ ਆਏ ਹੋਏ ਨੇ ਹੱਸਦੇ ਨੇ, ਕਿੱਥੇ? ਘਰੇ ਜਾ ਕੇ। ਕੀ ਹੱਸਦੇ ਨੇ, ਕਾਹਤੋਂ ਹੱਸਦੇ ਨੇ ਉਹ, ਹੈ ਨਾ। ਕਹਿੰਦੇ ਵੀ ਕੋਈ ਇਹਨਾਂ ਦੇ ਵਿੱਚ ਗੱਲਬਾਤ ਪਰਮਾਤਮਾ ਨੂੰ ਮਿਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ, ਇਹ ਸਿਰਫ ਰੋਟੀਆਂ ਕਾਰਨ ਪੂਰ ਹੈ ਤਾਲ। ਇਹ ਤਾਲ ਦੇ ਵਿੱਚ ਨੱਚਦੇ ਨੇ। ਕਿਹੜੇ ਤਾਲ ਦੇ ਵਿੱਚ ਨੱਚਦੇ ਨੇ, ਕਾਹਦੇ ਵਾਸਤੇ ਨੱਚਦੇ ਨੇ? ਸਿਰਫ ਕਿ ਇਹਨਾਂ ਨੂੰ 4 ਪੈਸੇ ਮਿਲ ਜਾਣ। ਆਪ ਪਛਾੜੈ ਧਰਤੀ ਨਾਲ। ਫਿਰ ਇਹ ਕਹਾਣੀਆਂ ਗਾਉਂਦੇ ਨੇ, ਗਾਵਨ ਗੋਪੀਆਂ ਗਾਵਨ ਕਾਨ। ਕ੍ਰਿਸ਼ਨ ਜੀ ਮਹਾਰਾਜ ਜੀ ਦੀਆਂ ਕਹਾਣੀਆਂ ਗਾਉਂਦੇ ਨੇ, ਗੋਪੀਆਂ ਦੀਆਂ ਕਹਾਣੀਆਂ ਗਾਉਂਦੇ ਨੇ, ਗਾਵਨ ਸੀਤਾ ਰਾਜੇ ਰਾਮ। ਜਿਵੇਂ ਹੁਣ ਅੱਜ ਕੱਲ੍ਹ ਰਮਾਇਣ ਬਣਦੀ ਹੈ ਅਤੇ ਜਾਂ ਮਹਾਭਾਰਤ ਦੇ ਸ਼ੋਅ ਬਣਦੇ ਹਨ, ਉਹ ਸਾਰੇ ਕਾਹਦੇ ਵਾਸਤੇ ਨੇ? ਰੋਟੀਆਂ ਕਾਰਨ ਪੂਰੇ ਤਾਲ ਵਾਸਤੇ ਨੇ। ਜਿੰਨੇ ਵੀ ਇਹ TV ਦੇ ਸੀਰੀਅਲ ਬਣਦੇ ਨੇ ਉਸ ਵਕਤ ਇਹ ਰਾਸ ਲੀਲਾ ਦੇ ਰੂਪ ਵਿੱਚ ਹੁੰਦੇ ਸੀ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਸ਼ਬਦ ਦਿੱਤਾ ਕਿ ਨੱਚਣ ਕੁੱਦਣ ਮਨ ਕਾ ਚਾਓ। ਅਤੇ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਬੰਧਨਾਂ ਦੇ ਬੰਨੇ ਹੋਏ ਲੋਕ, ਬੰਧਨ ਬੰਧ ਭਵਾਵੈ ਸੋਏ, ਪਇਐ ਕਿਰਤ ਨੱਚੈ ਸਭ ਕੋਈ। ਮਨ ਦੇ ਬੰਧਨ
ਹੁਣ ਜੇ ਮਨ ਦਾ ਚਾਅ ਕਰਕੇ ਤੁਸੀਂ ਨੱਚਦੇ ਹੋ, ਨੱਚਣ ਕੁੱਦਣ ਮਨ ਕਾ ਚਾਅ, ਇਹ ਤਾਂ ਤੁਹਾਡੇ ਮਨ ਕਾ ਚਾਅ ਆ। ਇਹਦਾ ਮਤਲਬ ਤੁਸੀਂ ਮਨ ਦੇ ਵਿਕਾਰ ਵਿੱਚ, ਮਨ ਦੇ ਕੰਟਰੋਲ ਵਿੱਚ ਨੱਚ ਰਹੇ ਹੋ। ਮਹਾਰਾਜ ਕਹਿੰਦੇ ਨੇ ਕਿ ਬੰਧਨ ਬੰਧ ਭਵਾਵੈ ਸੋਏ, ਬੰਧਨ ਬੰਧ ਭਵਾਏ ਸੋਏ, ਇਹ ਬੰਧਨਾਂ ਦੇ ਭਵਾਏ ਹੋਏ ਤੁਸੀਂ ਨੱਚ ਰਹੇ ਹੋ। ਪਇਆ ਕਿਰਤ ਨੱਚੈ ਸਭ ਕੋਏ, ਇਹ ਭਾਈ ਕਿਰਤ ਆ ਤੁਹਾਡੀ, ਕਿਰਤ ਕਰਕੇ ਤੁਸੀਂ ਨੱਚ ਰਹੇ ਹੋ। ਨੱਚ ਨੱਚ ਹੱਸੈ, ਨੱਚ ਨੱਚ ਹੱਸੈ। ਜਦੋਂ ਕੋਈ ਡਾਂਸ ਕਰੇਗਾ, ਕੋਈ ਸਟੇਜ 'ਤੇ ਪਰਫੋਰਮ ਕਰੇਗਾ, ਉਹਨੂੰ ਬਹੁਤ ਸਾਰਾ ਹੱਸਣਾ ਪਏਗਾ, ਬਹੁਤ ਸਾਰਾ ਉਹਨੂੰ ਸਮਾਈਲ ਦੇਣਾ ਪੈਂਦਾ। ਗੁਰੂ ਸਾਹਿਬ ਕਹਿੰਦੇ ਕਿ ਉਹ ਇੰਨੀ ਸਮਾਈਲ ਉਹਨੂੰ ਦੇਣੀ ਪੈਂਦੀ ਹੈ ਕਿ ਬਾਅਦ ਵਿੱਚ ਉਹਨੂੰ ਰੋਣਾ ਪਿਆ। ਕਿਉਂ ਰੋਣਾ ਪਿਆ ਮਹਾਰਾਜ ਜੀ? ਨੱਚ ਨੱਚ ਹੱਸੈ ਚੱਲੈ ਸੇ ਰੋਏ, ਕਿਸੇ ਨੇ ਪੈਸੇ ਨਹੀਂ ਦਿੱਤੇ ਹੈਗੇ, ਫਿਰ ਬਾਅਦ ਵਿੱਚ ਤੂੰ ਰੋਣਾ ਆ, ਹੈ ਨਾ। ਪਰ ਇਹ ਗੱਲ ਸਾਨੂੰ ਨਹੀਂ ਪਾਉਂਦੀ। ਮੈਂ ਮੇਰੇ ਗੁਰਸਿੱਖਾਂ ਨੂੰ ਇਹੋ ਜਿਹਾ ਕੁਛ ਨਹੀਂ ਸਿਖਾਉਣਾ ਹੈਗਾ। ਭਾਈ ਇਹ ਤੁਹਾਨੂੰ ਮੁਬਾਰਕ ਆ, ਪਰ ਜੇ ਤੁਸੀਂ ਸੱਚੀ ਮੁੱਚੀ ਕੋਈ ਪਰਮਾਤਮਾ ਦੇ ਲੜ ਲੱਗਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਕਿ ਨੱਚਣ ਕੁੱਦਣ ਮਨ ਕਾ ਚਾਓ, ਆ ਜਿਹੜਾ ਤੁਸੀਂ ਕਰਦੇ ਹੋ ਇਹ ਤੁਹਾਡੇ ਮਨ ਦਾ ਚਾਓ ਕਹਿੰਦੇ ਹੋ ਤੁਸੀਂ, ਪਰ ਇਹ ਵਿਕਾਰ ਆ ਤੁਹਾਡੇ ਮਨ ਦਾ। ਪਰ ਨਾਨਕ ਜਿਨ ਮਨ ਭਾਓ, ਤੁਹਾਡੇ ਮਨ ਵਿੱਚ ਉਸ ਵਾਹਿਗੁਰੂ ਦਾ ਡਰ ਹੋਣਾ ਚਾਹੀਦਾ, ਉਸ ਪਰਮਾਤਮਾ ਦਾ ਅਦਬ ਹੋਣਾ ਚਾਹੀਦਾ ਕਿ ਉਮਰ ਬੀਤਦੀ ਜਾ ਰਹੀ ਆ ਅਤੇ ਪਰ ਹਜੇ ਪਰਮਾਤਮਾ ਦੀ ਕੋਈ ਪ੍ਰਾਪਤੀ ਨਹੀਂ ਹੋਈ। ਨਾਨਕ ਜਿਨ ਮਨ ਭਾਓ, ਭਾਓ ਮਨ ਹੁੰਦਾ ਡਰ, ਅਦਬ, ਰਿਸਪੈਕਟ ਭਰਿਆ ਡਰ। ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰੇਮ ਪੈਦਾ ਹੁੰਦਾ ਆ। ਪਰ ਇਹਦਾ ਅਰਥ ਕਈ ਵਾਰੀ ਲੋਕ ਇੱਦਾਂ ਕੱਢ ਦਿੰਦੇ ਨੇ ਕਿ ਨੱਚਣ ਕੁੱਦਣ ਮਨ ਕਾ ਚਾਓ। ਇਹਦਾ ਮਤਲਬ ਗੁਰਬਾਣੀ ਦੀ ਚੰਗੀ ਤਰ੍ਹਾਂ ਦੇ ਨਾਲ ਅਧਿਐਨ ਨਹੀਂ ਕੀਤਾ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਡੀਪਲੀ ਅਧਿਐਨ ਨਹੀਂ ਕੀਤਾ ਹੁੰਦਾ, ਹੈ ਨਾ। ਜਿਹੜੀ ਅਸੀਂ ਇਹ ਅਣਜਾਣਪੁਣੇ ਦੇ ਵਿੱਚ ਇੱਦਾਂ ਦੀ ਕੋਈ ਗੱਲ ਕਰ ਦਿੰਦੇ ਹਾਂ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਸ ਵੀ ਇੱਕ ਰਾਸਧਾਰੀ ਆਏ ਲੋਕ। ਮਹਾਰਾਜ ਨੂੰ ਕਹਿੰਦੇ ਕਿ ਮਹਾਰਾਜ ਜੀ ਦੇਖੋ, ਅਸੀਂ ਨਾਚ ਕਰਾਂਗੇ ਇੱਥੇ ਅਤੇ ਅਸੀਂ ਪਰਮਾਤਮਾ ਦਾ ਜਸ ਕਰਾਂਗੇ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਦੇ ਉਚਾਰਨ ਇੱਕ ਸ਼ਬਦ ਕੀਤਾ ਕਿ ਭਾਈ ਨਿਰਤ ਕਰੇ। ਦੇਖੋ, ਜਿਹੜਾ ਤੁਸੀਂ ਇਹ ਨਾਚ ਨੱਚਦੇ ਹੋ ਨਾ, ਜਿਹੜਾ ਤੁਸੀਂ ਨਿਰਤ ਕਰਦੇ ਹੋ, ਬਹੁਤ ਬਾਜੇ ਬਜਾਏ, ਬਹੁਤ ਬਾਜੇ ਵਜਾਉਂਦੇ ਹੋ ਤੁਸੀਂ, ਸਾਜ਼ ਵਜਾਉਂਦੇ ਹੋ, ਤਾਲ ਵਜਾਉਂਦੇ ਹੋ ਇਹਦੇ ਵਿੱਚ, ਹੈ ਨਾ। ਪਰ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਆ, ਇਹੋ ਮਨ ਅੰਧਾ ਬੋਲਾ ਹੈ। ਤੁਹਾਡਾ ਮਨ ਤਾਂ ਅੰਨਾ ਆ, ਮਨ ਤਾਂ ਬੋਲਾ ਆ, ਮਨ ਦੇ ਵਿੱਚ ਤਾਂ ਕੋਈ ਵਿਵੇਕ ਹੈ ਨਹੀਂ ਗਾ, ਚਿੱਤ ਦੇ ਵਿੱਚ ਕੋਈ ਗਿਆਨ ਦੀ ਗੱਲ ਨਹੀਂ ਹੈਗੀ ਆ, ਅਤੇ ਸ਼ਰਧਾ ਨਹੀਂ ਹੈਗੀ ਹਿਰਦੇ ਵਿੱਚ, ਵਿਸ਼ਵਾਸ ਨਹੀਂ ਹੈਗਾ। ਫਿਰ ਤੁਸੀਂ ਕਿਸ ਆਖ ਸੁਣਾਏ? ਫਿਰ ਹੁਣ ਤੁਸੀਂ ਇਹ ਬੋਲ ਬੋਲ ਕੇ ਸ਼ਬਦ ਕਿਹਨੂੰ ਸੁਣਾਉਣੇ ਆ, ਇਹ ਬਾਜੇ ਕਿਹਨੂੰ ਸੁਣਾਉਣੇ ਆ, ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਇਹਨਾਂ ਦਾ ਮਤਲਬ ਕੀ ਆ, ਹੈ ਨਾ। ਮਹਾਰਾਜ ਕਹਿੰਦੇ ਨੇ ਕਿ ਅੰਤਰ ਲੋਭ, ਅੰਦਰ ਹਿਰਦੇ ਵਿੱਚ ਭਾਈ ਤੁਹਾਡੇ ਲੋਭ ਆ, ਹਿਰਦੇ ਦੇ ਵਿੱਚ ਲਾਲਚ ਆ, ਭਰਮ ਅਤੇ ਸੰਸਾ ਆ। ਸੋ ਭਾਈ ਭਰਮ ਅਨਲ ਬਾਓ, ਅਨਲ ਬਾਓ ਦਾ ਮਤਲਬ ਹੁੰਦਾ, ਅਨਲ ਹੁੰਦਾ ਤ੍ਰਿਸ਼ਨਾ ਅਤੇ ਵਾਓ ਹੁੰਦੀ ਆ ਹਵਾ। ਭਾਵ ਕਿ ਤੁਹਾਡਾ ਮਨ ਆ ਜਿਹੜਾ ਉਹ ਤ੍ਰਿਸ਼ਨਾ ਦੇ ਵਿੱਚ ਸੜ ਰਿਹਾ ਅਤੇ ਵਾਓ ਹਵਾ ਦੇ ਵਿੱਚ ਭਟਕ ਰਿਹਾ। ਭਾਵ ਕਿ ਤੁਹਾਡੇ ਪਿੱਛੇ ਲੋਭ ਨੇ ਤੁਹਾਨੂੰ ਭਟਕਾਇਆ ਹੋਇਆ। ਜਿੰਨਾ ਚਿਰ ਤੱਕ ਦੀਵਾ ਬਲੇ ਨਾ ਸੋਝੀ ਪਾਏ, ਜਿੰਨਾ ਚਿਰ ਤੱਕ ਤੁਸੀਂ ਗਿਆਨ ਦਾ, ਗੁਰੂ ਦੀ ਮੱਤ ਦਾ ਦੀਵਾ ਨਹੀਂ ਨਾ ਬਾਲਦੇ ਹੈਗੇ, ਉਨਾ ਚਿਰ ਤੱਕ ਭਾਈ ਤੁਹਾਨੂੰ ਕੋਈ ਸੋਝੀ ਨਹੀਂ ਪੈ ਸਕਦੀ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਗੁਰਮੁਖ ਭਗਤ ਘੱਟ ਚਾਨਣ ਹੋਏ। ਜਿੰਨਾ ਚਿਰ ਤੱਕ ਤੁਸੀਂ ਗੁਰੂ ਵੱਲ ਮੁੱਖ ਨਹੀਂ ਕਰਦੇ, ਗੁਰੂ ਵੱਲ ਭਗਤੀ ਦਾ ਮੁੱਖ ਨਹੀਂ ਕਰਦੇ, ਹਿਰਦੇ ਵਿੱਚ ਚਾਨਣ ਨਹੀਂ ਹੋਣਾ ਹੈਗਾ। ਆਪ ਪਛਾਣੇ ਮਿਲਿਆ ਪ੍ਰਭ ਸੋਏ, ਆਪਣੇ ਆਪ ਨੂੰ ਪਛਾਨਣਾ ਕਰੋ, ਆਪਦੇ ਅਗਿਆਨੀ ਮਨ ਨੂੰ ਗਿਆਨ ਦਾ ਜਾਗ ਲਗਾਉਣਾ ਸ਼ੁਰੂ ਕਰੋ। ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਗੁਰਮੁਖ ਨਿਰਤ। ਹੁਣ ਮੈਂ ਗੁਰਸਿੱਖਾਂ ਨੂੰ ਵੀ ਇੱਕ ਨਿਰਤ ਦਿੰਦਾ ਆ। ਉਹ ਕੀ ਦਿੰਦੇ ਆ ਨਿਰਤ ਬਾਬਾ ਜੀ? ਉਹ ਕਿੱਦਾਂ ਦਾ ਨਾਚ ਦਿੰਦੇ ਹੋ, ਉਹ ਕਿੱਦਾਂ ਦਾ ਤੁਸੀਂ ਡਾਂਸ ਦਿੰਦੇ ਹੋ? ਹਰ ਲਾਗੇ ਪਾਓ, ਤੁਹਾਡਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਲੱਗਿਆ ਹੋਵੇ ਅਤੇ ਤੁਹਾਡਾ ਤਾਲ, ਤੁਹਾਡੀ ਜ਼ਿੰਦਗੀ ਉੱਦਾਂ ਤਾਲ ਵਿੱਚ ਆਊਗੀ। ਤੁਹਾਡਾ ਜੀਵਨ
ਉਸ ਦਿਨ ਰਿਦਮ ਵਿੱਚ ਆਊਗਾ, ਉਸ ਦਿਨ ਤਾਲ ਵਿੱਚ ਆਊਗਾ, ਵਿੱਚੋਂ ਆਪ ਗਵਾਏ। ਜਿੰਨਾ ਚਿਰ ਤੱਕ ਤੁਸੀਂ ਮੈਂ ਦੇ ਵਿੱਚ ਰਹੋਗੇ, ਤੁਹਾਡੀ ਜ਼ਿੰਦਗੀ, ਤੁਹਾਡਾ ਤਾਲ ਬੇਤਾਲ ਹੋਇਆ ਰਹੇਗਾ। ਪੂਰੇ ਤਾਲ, ਹੁਣ ਤਾਲ ਦੇ ਵਿੱਚ ਮੈਂ ਸਿੱਖਾਂ ਦੀ ਜ਼ਿੰਦਗੀ ਲੈ ਕੇ ਆਊਂਗਾ। ਕਿੱਦਾਂ ਲੈ ਕੇ ਆਉਂਗੇ ਬਾਬਾ ਜੀ? ਵਿੱਚੋਂ ਆਪ ਗਵਾਏ, ਵਿੱਚੋਂ ਉਹਨਾਂ ਦੇ ਆਪ ਗਵਾਉਣਾ ਕਰਨਗੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਤੇਰੀ ਜ਼ਿੰਦਗੀ ਤਾਲ ਵਿੱਚ ਉਦੋਂ ਆਊਗੀ ਜਦੋਂ ਤੇਰੇ ਵਿੱਚੋਂ ਅੰਦਰੋਂ ਤੇਰੇ ਆਪਾ ਭਾਵ ਗਵਾਇਆ ਗਿਆ। ਸੋ ਮਹਾਰਾਜ ਕਹਿੰਦੇ ਨੇ ਕਿ ਮੇਰਾ ਪ੍ਰਭ ਸਾਚਾ ਆਪੇ ਜਾਣ, ਅਤੇ ਉਹ ਗੁਰੂ ਨੂੰ ਆਪਣਾ, ਪਰਮਾਤਮਾ ਨੂੰ ਆਪਣਾ ਮੰਨ ਕੇ ਤੂੰ ਦੇਖ। ਗੁਰ ਕੈ ਸ਼ਬਦ ਅੰਤਰ ਬ੍ਰਹਮ, ਬ੍ਰਹਮ ਦਾ ਮਤਲਬ ਹੋ ਗਿਆ ਪ੍ਰਕਾਸ਼। ਆਪਣੇ ਅੰਦਰ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਦੀ ਡਾਇਰੈਕਸ਼ਨ ਲੈ ਕੇ ਆਪਦੇ ਮਨ ਨੂੰ ਉਹਦੇ ਇਸ਼ਾਰਿਆਂ ਦੇ ਉੱਤੇ ਨਚਾ। ਅੰਤਰ ਬ੍ਰਹਮ ਪਛਾਣ, ਬ੍ਰਹਮ ਦੀ ਪਹਿਚਾਣ ਕਰ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰਮੁਖ ਦੇ ਅੰਦਰ ਭਗਤੀ ਤੇ ਗੁਰੂ ਦੇ ਪ੍ਰਤੀ ਪਿਆਰ। ਗੁਰ ਕਾ ਸ਼ਬਦ ਸਹਿਜ ਵਿਚਾਰ। ਆਹ ਡਾਂਸ ਕਰ, ਆਹ ਨਿਰਤ ਕਰ। ਗੁਰ ਕਾ ਸ਼ਬਦ ਸਹਿਜ ਵਿਚਾਰ, ਸਹਿਜ ਦੇ ਵਿੱਚ ਇੱਕ ਅੰਗ ਦੀ, ਡੇਢ ਅੰਗ ਦੀ, 2 ਸ਼ਬਦਾਂ ਦੀ ਵਿਚਾਰ ਕਰਕੇ ਨਾ ਤੂੰ ਭਾਈ ਉਹਨੂੰ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਲਿਆਇਆ ਕਰ। ਮਹਾਰਾਜ ਕਹਿੰਦੇ ਨੇ ਕਿ ਗੁਰਮੁਖ ਭਗਤ ਜੁਗਤ ਸੱਚ ਹੋਏ। ਇੱਦਾਂ ਦਾ ਡਾਂਸ ਮੈਂ ਮੇਰੇ ਸਿੱਖਾਂ ਨੂੰ ਸਿਖਾਊਂਗਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਜੁਗਤ ਦੇ ਵਿੱਚ ਆ ਕੇ ਸੱਚ ਟਿਕ ਜੇ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਭਾਉ ਟਿਕ ਜੇ ਅਤੇ ਮਨ ਦੇ ਵਿੱਚ ਭਾਉ ਟਿਕ ਜੇ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਅਤੇ ਬਾਕੀ ਜਿਹੜਾ ਬਾਕੀ ਕੁਛ ਆ, ਨੱਚਣ ਕੁੱਦਣ, ਉਹ ਕੀ ਆ? ਆਹ ਕੁਛ ਆ ਪਾਖੰਡ ਭਗਤ ਨਿਰਤ। ਭਗਤੀ ਦੇ ਨਾਂ ਥੱਲੇ ਪਾਖੰਡ ਭਰਿਆ ਜਿਹੜਾ ਨਾਚ ਆ, ਮਹਾਰਾਜ ਕਹਿੰਦੇ ਭਾਈ ਉਹਦੇ ਨਾਲ ਕੀ ਹੋਏਗਾ? ਦੁੱਖ ਹੋਏਗਾ। ਭਗਤ ਕਰਹਿ ਮੂਰਖ ਆਪ ਜਣਾਵੈ। ਭਗਤ ਕਰੇ ਮੂਰਖ, ਮੂਰਖ ਹੋਊਗਾ ਮੈਂ ਬਹੁਤ ਵੱਡਾ ਡਾਂਸਰ ਹਾਂ, ਮੈਨੂੰ ਦੇਖੋ। ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਦਾ ਰੋਲ ਕਰਨ ਵਾਲਾ ਮੁਕੇਸ਼ ਖੰਨਾ ਹੁੱਬ ਕੇ ਕਹਿੰਦਾ ਕਿ ਜੋ ਰੋਲ ਮੈਂ ਕਰ ਦਿੱਤਾ ਨਾ, ਉਹਦੇ ਵਰਗਾ ਕੋਈ ਰੋਲ ਨਹੀਂ ਕਰ ਸਕਿਆ ਜ਼ਿੰਦਗੀ ਦੇ ਵਿੱਚ। ਉਹ ਜਿਹੜਾ B.R. ਚੋਪੜਾ ਨੇ ਮਹਾਭਾਰਤ ਬਣਾਇਆ, ਉਸ ਤੋਂ ਉੱਪਰ ਕੋਈ ਮਹਾਭਾਰਤ ਦੀ ਕਿਸ਼ਤ ਨਹੀਂ ਬਣੀ ਹੈਗੀ। ਇਹ ਕੀ ਗੱਲ ਬਣ ਗਈ ਹੈ ਨਾ? ਮਹਾਰਾਜ ਕਹਿੰਦੇ ਨੇ ਕਿ ਭਗਤ ਕਰੇ ਮੂਰਖ ਆਪ ਜਣਾਵੇ। ਮੂਰਖਤਾ ਆ ਇਹ, ਕਿਉਂ? ਤੂੰ ਕੱਲਾ ਤੂੰ ਹੀ ਵੱਡਾ ਐਕਟਰ ਬਣ ਗਿਆ। ਮਹਾਰਾਜ ਕਹਿੰਦੇ ਨੇ ਕਿ ਨੱਚ ਨੱਚ ਟੱਪ ਹੈ ਬਹੁਤ ਦੁੱਖ ਪਾਵੈ। ਇਹ ਨੱਚ ਨੱਚ ਕੇ ਟੱਪ ਕੇ ਜੋ ਭਗਤੀਆਂ ਕਰਨੀਆਂ ਨੇ ਭਾਈ, ਇਹ ਦੁੱਖ ਨੂੰ ਸਹੇੜਨ ਦੇ ਬਰਾਬਰ ਆ। ਨੱਚਿਆ ਟੱਪਿਆ ਭਗਤ ਨਾ ਹੋਏ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਨੱਚਣ ਟੱਪਣ ਦੇ ਨਾਲ ਕੋਈ ਭਗਤੀ ਨਹੀਂ ਹੁੰਦੀ। ਭਗਤੀ ਕਦੋਂ ਹੁੰਦੀ ਆ? ਸ਼ਬਦ ਮਰੈ ਭਗਤ ਪਾਏ ਜਨ ਸੋਏ। ਜਦੋਂ ਅਸੀਂ ਸ਼ਬਦ ਦੇ ਥੱਲੇ ਲਿਜਾ ਕੇ ਆਪਦੇ ਮਨ ਨੂੰ ਸਰੈਂਡਰ ਕਰਦੇ ਹਾਂ, ਬਾਕੀ ਨਹੀਂ ਮਨ ਦਾ ਚਾਅ ਆ, ਉਹਦੇ ਐਂਡ ਆਫ ਦੀ ਡੇ ਸਾਨੂੰ ਦੁੱਖ ਹੀ ਮਿਲਣਾ ਹੈ। ਫਿਰ ਉਹਨਾਂ ਰਾਸਧਾਰੀਆਂ ਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਫਿਰ ਜੇ ਸਾਨੂੰ ਇਸ ਰਾਸ ਨਾਲ, ਇੱਦਾਂ ਦੇ ਨਾਚ ਨਾਲ ਦੁੱਖ ਮਿਲਣਾ ਮਹਾਰਾਜ, ਸਾਨੂੰ ਕੋਈ ਫਿਰ ਹੋਰ ਇਸ ਦਾ ਬਦਲ ਵੀ ਦੱਸੋ। ਗੁਰੂ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਅਤੇ ਫਿਰ ਉਹਨਾਂ ਨੇ ਦੱਸਣਾ ਕੀਤਾ ਕਿ ਉਦਮ ਕਰਤ ਹੋਵੇ ਮਨ ਨਿਰਮਲ। ਹੁਣ ਤੁਸੀਂ ਦੇਖੋ, ਉਦਮ ਦੇ ਨਾਲ, ਪੁਰਸ਼ਾਰਥ ਦੇ ਨਾਲ, ਯਤਨ ਦੇ ਨਾਲ, ਮਿਹਨਤ ਦੇ ਨਾਲ ਭਾਈ ਤੁਹਾਡਾ ਮਨ ਨਿਰਮਲ ਹੋਏਗਾ। ਨਹੀਂ ਕੀ ਰਹੇਗਾ? ਨੱਚਣ ਕੁੱਦਣ ਮਨ ਕਾ ਚਾਉ ਰਹੇਗਾ ਅਤੇ ਮਨ ਮੈਲਾ, ਸਭ ਕੁਛ ਮੈਲਾ ਹੋਏਗਾ। ਉਦਮ ਕਰਤ ਹੋਵੇ ਮਨ ਨਿਰਮਲ, ਨਾਚੈ ਨੱਚਣ। ਹੁਣ ਮੈਂ ਤੁਹਾਨੂੰ ਦੱਸੂਗਾ ਕਿੱਦਾਂ ਨੱਚਣਾ। ਨਾਚੈ ਆਪ ਨਿਵਾਰੇ। ਜੇ ਭਾਈ ਕੋਈ ਨਾਚ ਹੀ ਨੱਚਣਾ ਨਾ, ਹਾਰਡ ਵਰਕ ਕਰੋ, ਮਿਹਨਤ ਕਰੋ, ਸਖਤ ਮਿਹਨਤ ਕਰੋ, ਗੁਰੂ ਦਾ ਨਾਮ ਜਪਣਾ ਕਰੋ, ਉਦਮ ਕਰਕੇ ਅੰਮ੍ਰਿਤ ਵੇਲੇ ਉੱਠ ਕੇ। ਹਿਰਦਾ ਵਿਕਾਰਾਂ ਤੋਂ ਰਹਿਤ ਹੋ ਕੇ ਤੁਹਾਡਾ ਮਨ ਨਿਰਮਲ ਹੋਏਗਾ ਅਤੇ ਨੱਚੋਗੇ ਜਦੋਂ ਤੁਹਾਡਾ ਮਨ ਨੀਵਾਂ ਹੋਏਗਾ। ਆਪਸ ਕੋ ਜੋ ਜਾਣੇ ਨੀਚਾ, ਸਊ ਗਨੀਏ ਸਭ ਤੇ ਉੱਚਾ। ਫਿਰ ਦੇਖਿਓ ਤੁਹਾਡੇ ਜੀਵਨ ਦੇ ਵਿੱਚ ਇੱਕ ਨਾਚ ਆਏਗਾ, ਤੁਹਾਡੇ ਜੀਵਨ ਦੇ ਵਿੱਚ ਇੱਕ ਰਿਦਮ ਆਏਗਾ, ਤੁਹਾਡੇ ਜੀਵਨ ਦੇ ਵਿੱਚ ਇੱਕ
ਤਾਲ ਆਏਗੀ, ਤੁਹਾਡੇ ਜੀਵਨ ਦੇ ਵਿੱਚ ਇੱਕ ਤਾਨ ਆਏਗੀ, ਤੁਹਾਡੇ ਜੀਵਨ ਦੇ ਵਿੱਚ ਇੱਕ ਮਰਿਆਦਾ ਆਏਗੀ, ਤੁਹਾਡੇ ਜੀਵਨ ਦੇ ਵਿੱਚ ਇੱਕ ਬਿਊਟੀ ਆਏਗੀ, ਤੁਹਾਡੇ ਜੀਵਨ ਦੇ ਵਿੱਚ ਇੱਕ ਗ੍ਰੇਸਫੁਲਨੈਸ ਆਏਗੀ, ਤੁਹਾਡੇ ਜੀਵਨ ਦੇ ਵਿੱਚ ਇੱਕ ਅੰਡਰਸਟੈਂਡਿੰਗ ਆਏਗੀ। ਮਹਾਰਾਜ ਕਹਿੰਦੇ ਨੇ ਕਿ ਉਦਮ ਕਰਤ ਹੋਵੇ ਮਨ ਨਿਰਮਲ, ਨਾਚੈ ਆਪ ਨਿਵਾਰੈ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਨੀਵਾਂ ਕਰਦੇ ਜਾਓਗੇ, ਮਨ ਨੀਵਾਂ, ਮੱਤ ਉੱਚੀ ਹੁੰਦੀ ਜਾਏਗੀ, ਅਤੇ ਮਹਾਰਾਜ ਕਹਿੰਦੇ ਨੇ ਕਿ ਅਸਲੀ ਨਾਚ ਉਦੋਂ ਸ਼ੁਰੂ ਹੋਏਗਾ। ਪੰਜ ਜਨਾਂ ਲੇ ਵਸਗਤ ਰਾਖੈ। ਪੰਜ ਜਨ ਨੇ ਜਿਹੜੇ ਕਾਮ ਆ, ਕ੍ਰੋਧ ਆ, ਲੋਭ, ਮੋਹ, ਹੰਕਾਰ ਆ, ਭਾਈ ਇਹਨਾਂ ਨੂੰ ਤੁਸੀਂ ਵਸਗਤ, ਵਸ ਹੁੰਦੀ ਆ ਬਸ ਵਿੱਚ ਕਰਨਾ, ਕੰਟਰੋਲ ਵਿੱਚ ਕਰਨਾ। ਜਦੋਂ ਕੋਈ ਨੱਚਣ ਵਾਲਾ ਨੱਚਦਾ ਤਾਂ ਉਸ ਦੇ ਸਾਰੇ ਇੰਦਰੇ, ਉਹਦਾ ਮਨ, ਬੁੱਧੀ, ਸਰੀਰ ਉਸ ਤਾਲ ਦੇ ਨਾਲ ਜੁੜਿਆ ਹੁੰਦਾ। ਭਾਈ ਜਿਵੇਂ ਉਹ ਤਾਲ ਦੇ ਨਾਲ ਤੁਹਾਡਾ ਸਾਰਾ ਸਰੀਰ ਨੱਚਦਾ ਆ, ਉੱਦਾਂ ਇਹ ਮਨ ਦੇ ਵਿੱਚ ਇਹ ਪੰਜ ਵਿਕਾਰਾਂ ਨੂੰ ਵਸ, ਇਹਨਾਂ ਦੀ ਗਤੀ ਨੂੰ ਇਹ ਭਟਕ ਕੇ ਜਾਣ ਨਾ, ਇਹ ਤਾਲੋਂ ਬੇਤਾਲ ਨਾ ਹੋਵੇ। ਜ਼ਿੰਦਗੀ ਵਿੱਚ ਤੁਹਾਡਾ ਕਾਮ ਕਿਤੇ ਭਟਕ ਨਾ ਜਾਵੇ, ਹੰਕਾਰ ਨਾ ਭਟਕ ਜੇ, ਲੋਭ ਨਾ ਭਟਕ ਜੇ, ਮੋਹ, ਈਰਖਾ, ਦਵੈਸ਼ ਨਾ ਭਟਕ ਜੇ। ਭਾਈ ਇਹਨਾਂ ਨੂੰ ਕੀ ਕਰ, ਮਨ ਮਹਿ ਏਕ ਓਂਕਾਰੇ, ਇੱਕ ਓਂਕਾਰ ਦਾ ਨਾਮ ਜਪ ਕੇ ਨਾ ਇਹਨਾਂ ਨੂੰ ਬੈਲੈਂਸ ਕਰ। ਤੇਰੀ ਜ਼ਿੰਦਗੀ ਇੱਕ ਤਾਲ ਬਣ ਜੂਗੀ, ਤੇਰੀ ਜ਼ਿੰਦਗੀ ਇੱਕ ਤਾਨ ਬਣ ਜੂਗੀ, ਤੇਰੀ ਜ਼ਿੰਦਗੀ ਵਿੱਚ ਇੱਕ ਮਰਿਆਦਾ ਆ ਜੂਗੀ, ਤੇਰੀ ਜ਼ਿੰਦਗੀ ਵਿੱਚ ਇੱਕ ਬਿਊਟੀਫੁਲ ਚਾਲ ਆ ਜੂਗੀ। ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਫਿਰ ਉਸ ਵਾਹਿਗੁਰੂ ਦਾ ਬਣ ਕੇ ਫਿਰ ਕੀ ਕਰ, ਨਿਰਤ ਕਰ। ਨਿਰਤ ਭਾਵ ਤੇਰੇ ਜੀਵਨ ਦੇ ਵਿੱਚ ਉਹ ਮਰਿਆਦਾ ਲੈ ਕੇ ਆ, ਤੇਰੇ ਜੀਵਨ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਕਮਾ, ਤੇਰੇ ਜੀਵਨ ਵਿੱਚ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਲੈ ਕੇ ਆ। ਜਦੋਂ ਤੂੰ ਉਹ ਗਾਵੇਂਗਾ, ਮਹਾਰਾਜ ਕਹਿੰਦੇ ਰਵਾਬ, ਪਖਾਵਜ, ਤਾਲ, ਘੁੰਗਰੂ, ਅਨਹਦ ਸ਼ਬਦ ਵਜਾਵੇ। ਅਨਹਦ ਸ਼ਬਦ, ਸ਼ਬਦ ਹੁੰਦਾ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਭਾਈ ਵਜਾਉਣਾ ਕਰ, ਆਵਾਜ਼ ਦੇ ਨਾਲ ਕੱਢਣਾ ਕਰ, ਗੁਰਬਾਣੀ ਗਾਉਣਾ ਕਰ। ਅਨਹਦ, ਅਨਹਦ ਹੋ ਗਿਆ ਇੱਕ ਰਸ ਦੇ ਨਾਲ, ਉਸ ਹੱਦਾਂ ਤੋਂ ਰਹਿਤ ਵਾਹਿਗੁਰੂ ਦੇ ਇੱਕ ਸ਼ਬਦ ਨੂੰ, ਪਰਮਾਤਮਾ ਦੀ ਬਾਣੀ ਨੂੰ ਭਾਈ ਗਾਉਣਾ ਕਰ, ਹਿਰਦੇ ਤੋਂ ਗਾਉਣਾ ਕਰ। ਰਬਾਬ, ਰਬਾਬ ਹੁੰਦਾ ਰੱਬ ਆਵ, ਰੱਬ ਦੀ ਸਾਈਡ ਵੱਲ, ਪਰਮਾਤਮਾ ਦੀ ਸਾਈਡ ਵੱਲ ਆ ਜਾ। ਅਸਲ ਦੇ ਵਿੱਚ ਉਹ ਰਬਾਬ ਆ। ਪਖਾਵਜ, ਪਖਾਵਜ ਹੁੰਦੀ ਆ ਜੋੜੀ, ਜਿਹੜੀ ਜੋੜੀ ਵਿੱਚ ਬਣਾਈ ਜਾਂਦੀ ਆ ਪ੍ਰਭੂ ਦੇ ਗੁਣਾਂ ਦੇ ਨਾਲ, ਪ੍ਰਭੂ ਦੇ ਨਾਲ ਇੱਕ ਸੁਰਤਾ ਹੋਣੀ, ਪ੍ਰਭੂ ਦੀ ਸ਼ਰਨ ਵਿੱਚ ਹੋਣਾ। ਭਾਈ ਇਹ ਪਖਾਵਜ ਆ, ਅਤੇ ਪ੍ਰਭੂ ਦੀ ਤਲਾਸ਼ ਕਰਨੀ ਆ, ਜਿਹੜੀ ਪਰਮਾਤਮਾ ਦੀ ਖੋਜ ਕਰਨੀ ਆ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਭਾਈ ਇਹ ਤਾਲ ਆ। ਅਤੇ ਘੁੰਗਰੂ, ਘੁੰਗਰੂ ਕੀ ਬਣ ਗਿਆ ਮਹਾਰਾਜ ਜੀ, ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਨਾ, ਸ਼ਬਦ ਨੂੰ ਉਚਾਰਨ ਕਰਨਾ, ਗੁਰਬਾਣੀ ਦੇ ਵਿੱਚ ਪ੍ਰੇਮ ਰੱਖ ਕੇ, ਭਾਵ ਰੱਖ ਕੇ, ਗੁਰੂ ਜੀ ਨੂੰ ਅੰਗ ਸੰਗ ਜਾਣ ਕੇ ਗਾਉਣਾ। ਭਾਈ ਇਹ ਘੁੰਗਰੂ ਹੈ। ਮਹਾਰਾਜ ਕਹਿੰਦੇ ਨੇ ਕਿ ਪ੍ਰਥਮੇ ਮਨ ਪ੍ਰਬੋਧੈ ਆਪਣਾ, ਆਪਦੇ ਮਨ ਨੂੰ ਸਮਝਾਉਣਾ ਕਰ। ਪਾਛੈ ਅਵਰ ਰਿਝਾਵੇ, ਰਿਝਾਵੇ ਹੁੰਦਾ ਦੂਸਰੇ ਨੂੰ ਬਾਅਦ ਵਿੱਚ ਉਪਦੇਸ਼ ਦੇ, ਪਹਿਲਾਂ ਆਪਦੇ ਉੱਤੇ ਵਰਕਆਊਟ ਕਰ। ਰਾਮ ਨਾਮ ਜਪ ਹਿਰਦੈ ਜਾਪੈ, ਮੁਖ ਤੇ ਸਗਲ ਸੁਨਾਵੇ। ਪਹਿਲਾਂ ਤੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੋਣਾ ਚਾਹੀਦਾ, ਫਿਰ ਤੂੰ ਦੂਜਿਆਂ ਦੇ ਨਾਲ ਜਪ ਕੇ ਉਹਨਾਂ ਨੂੰ ਸੁਣਾ ਅਤੇ ਉਹਨਾਂ ਦੇ ਨਾਲ ਜਪ। ਗੁਰੂਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਕਰ ਕਰ ਸੰਗ ਸਾਧੂ ਚਰਨ ਪਖਾਰੈ। ਹੱਥਾਂ ਦੇ ਨਾਲ ਸੰਗ ਉਹਨਾਂ ਸਾਧੂਆਂ ਦਾ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਉਹਨਾਂ ਦੇ ਚਰਨਾਂ ਨੂੰ ਪਖਾਰਨਾ ਕਰ, ਭਾਵ ਕਿ ਉਹਨਾਂ ਦੇ ਰਸਤੇ 'ਤੇ ਚੱਲਣਾ ਕਰ। ਸੰਤ ਧੂਰ ਤਨ ਲਾਵੇ, ਆਪਦੇ ਮੱਥੇ ਦੇ ਉੱਤੇ, ਆਪਦੇ ਮੱਥੇ ਦੇ ਉੱਤੇ ਭਾਵ ਆਪਦੀ ਮੱਤ ਨੂੰ ਸਾਧੂ ਜਨਾਂ ਦੀ, ਸੰਤ ਜਨਾਂ ਦੀ, ਜਿਹੜੇ ਰਸਤੇ ਧੂੜ ਉਹਨਾਂ ਦੀ ਉੱਡਦੀ ਗਈ ਆ, ਉਸ ਰਸਤੇ 'ਤੇ ਆਪਦੇ ਆਪ ਨੂੰ ਲੈ ਕੇ ਚੱਲ। ਮਨ ਤਨ ਅਰਪ ਧਰੈ ਗੁਰ ਆਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਆਪਦਾ ਮਨ ਤਨ ਅਰਪ ਕੇ ਧਰ ਦੇ, ਸੱਤ ਪਦਾਰਥ ਪਾਵੇ। ਤੇਰੀ ਜ਼ਿੰਦਗੀ ਦੇ ਵਿੱਚ ਵਿਵੇਕ, ਸੱਤ ਪਦਾਰਥ ਭਾਵ ਵਿਵੇਕ ਆ ਜਾਏਗਾ, ਵੈਰਾਗ ਆ ਜਾਏਗਾ, ਮੋਖ ਆ ਜਾਏਗਾ, ਸ਼ਰਵਣ, ਮੰਨਣ, ਨਿਧਿਆਸਣ, ਅਤੇ ਇਹ ਸਾਰੀਆਂ ਖੱਟ ਸੰਪਤੀ, ਸਾਰੀਆਂ ਬਖਸ਼ਿਸ਼ਾਂ ਤੇਰੀ ਜ਼ਿੰਦਗੀ ਵਿੱਚ ਆ ਜਾਣਗੀਆਂ। ਮਹਾਰਾਜ ਕਹਿੰਦੇ ਕਿ ਭਾਈ ਜੋ ਜੋ ਸੁਣੇ ਪੇਖੇ ਲਾਏ ਸਰਦਾ, ਤਾਕਾ ਜਨਮ ਮਰਨ ਦੁੱਖ ਭਾਗੈ। ਮਹਾਰਾਜ ਕਹਿੰਦੇ ਕੋਈ ਹੈਗਾ ਇੱਦਾਂ ਦਾ, ਐਸੀ ਨਿਰਤ
ਜਿਹੜੀ ਇੱਦਾਂ ਦੀ ਨਿਰਤਕਾਰੀ ਆ, ਗੁਰੂ ਦੇਵ ਜੀ ਕਹਿੰਦੇ ਨੇ ਕਿ ਨਰਕ ਨਿਵਾਰੈ ਗੁਰਮੁਖ ਨਾਨਕ ਗੁਰਮੁਖ ਜਾਗੈ। ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਸੁੱਤੇ ਹੋਏ ਮਨ ਨੂੰ ਜਗਾ ਦੇਗੀ। ਤੁਹਾਡੇ ਵਿੱਚੋਂ ਹੈ ਕੋਈ ਜਿਹੜਾ ਇਸ ਸੱਚ ਨਿਰਤ ਨੂੰ ਬੁੱਝੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸਤ ਨਿਰਤ ਬੁੱਝੈ ਜੇ ਕੋਈ। ਆ ਜੋ ਕਿਸੇ ਨੇ ਸਮਝਣਾ, ਜੇ ਕੋਈ ਹੈਗਾ ਤੁਹਾਡੇ ਵਿੱਚੋਂ ਚੈਲੰਜ ਕਰਦੇ ਮਹਾਰਾਜ, ਆ ਜੋ ਮੈਂ ਤੁਹਾਨੂੰ ਇੱਕ ਸੱਚ ਦਾ ਨਾਚ ਆ, ਇੱਕ ਸੱਚ ਦਾ ਨਿਰਤ ਆ, ਉਸ ਨੂੰ ਬੁੱਝਣਾ ਕਰੋ, ਉਸ ਨੂੰ ਸਮਝਣਾ ਕਰੋ। ਮਹਾਰਾਜ ਕਹਿੰਦੇ ਕਿ ਸਤ ਨਿਰਤ ਬੁੱਝੈ ਜੇ ਕੋਈ, ਨਾਮ ਜਪਤ ਤਾਂ ਕੀ ਗਤ ਹੋਏ। ਭਾਈ ਜੇ ਤੂੰ ਸੱਚ ਨਿਰਤ ਨੂੰ ਬੁੱਝਣਾ ਚਾਹੁੰਦਾ ਨਾ, ਤਾਂ ਤੂੰ ਆਹ ਕੰਮ ਕਰਕੇ ਦੇਖ। ਨਾਮ ਜਪਤ, ਨਾਮ ਨੂੰ ਜਪਣਾ ਕਰ, ਪਰਮਾਤਮਾ ਦੀ ਬਾਣੀ ਨੂੰ, ਗੁਰੂ ਦੀ ਬਾਣੀ ਨੂੰ ਗਾਉਣਾ ਕਰ, ਗੁਰੂ ਦੀ ਬਾਣੀ ਨੂੰ ਪ੍ਰੈਕਟੀਕਲ ਜ਼ਿੰਦਗੀ ਵਿੱਚ ਲਿਆਉਣਾ ਕਰ, ਗੁਰੂ ਦੀ ਬਾਣੀ ਨੂੰ ਸਵਾਸ ਸਵਾਸ ਗਾਉਣਾ ਕਰ। ਤਾਂ ਇਹਦੇ ਨਾਲ ਕੀ ਹੋਏਗਾ, ਤੇਰੀ ਜ਼ਿੰਦਗੀ ਦੇ ਵਿੱਚ ਉਹ ਬੁੱਝ ਆਏਗੀ ਕਿ ਇਹ ਸਾਰਾ ਸੰਸਾਰ ਉਸ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਨਾਚ ਕਰ ਰਿਹਾ ਹੈ। ਸਤ ਨਿਰਤ ਬੁੱਝੈ ਜੇ ਕੋਈ। ਭਾਈ ਆ ਜੋ ਕੋਈ ਬਣ ਕੇ ਆਓ। ਕੋਈ ਦਾ ਮਤਲਬ ਹੁੰਦਾ ਜਦੋਂ ਪਤਾ ਹੋਵੇ ਗੁਰੂ ਸਾਹਿਬ ਨੂੰ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ, ਪਰ ਕੋਈ ਬਣੋ। ਮਹਾਰਾਜ ਸਾਨੂੰ ਐਨਕਰੇਜ ਕਰਦੇ ਆ, ਆ ਜੋ ਬੁੱਝ ਲਓ ਜੇ ਕਿਸੇ ਤੋਂ ਬੁੱਝਿਆ ਜਾਂਦਾ, ਕਿਉਂਕਿ ਜੀਵਨ ਬੀਤਦਾ ਜਾ ਰਿਹਾ, ਇਹ ਜੀਵਨ ਲੰਘਦਾ ਜਾ ਰਿਹਾ। ਗੁਰੂ ਮਹਾਰਾਜ ਕਿਰਪਾ ਕਰਨ, ਕਿਉਂਕਿ ਇਹ ਕੱਲ੍ਹ ਮੈਨੂੰ ਇੱਕ ਮੈਸੇਜ ਆਇਆ ਸੀਗਾ ਭੈਣ ਦਾ ਕਿ ਇਸ ਸ਼ਬਦ ਨੂੰ ਵਿਚਾਰ ਕਰਨਾ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਆ ਕਿ ਅਸੀਂ ਗੁਰਬਾਣੀ ਦੀ ਤੁਕ ਪੂਰੀ ਨਾ ਪਤਾ ਹੋਣ ਕਰਕੇ ਅਸੀਂ ਉੱਥੇ ਉਹਨੂੰ ਉੱਦਾਂ ਰੈਫਰੈਂਸ ਦੇ ਤੌਰ 'ਤੇ ਵਰਤ ਲੈਂਦੇ ਹਾਂ ਕਿ ਨਹੀਂ ਜੀ ਨੱਚਣ ਕੁੱਦਣ ਮਨ ਕਾ ਚਾਓ, ਗੁਰੂ ਸਾਹਿਬ ਨੇ ਵੀ ਕਿਹਾ, ਪਰ ਅਸਲ ਦੇ ਵਿੱਚ ਉਹਦਾ ਅਰਥ ਦੂਜੀ ਲਾਈਨ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਉਹਦੀ ਉਥਾਨਕਾ ਦੇ ਵਿੱਚ ਹੁੰਦਾ ਹੈ। ਜਿੰਨਾ ਚਿਰ ਤੱਕ ਅਸੀਂ ਉਹਦੀ ਉਥਾਨਕਾ ਨੂੰ ਨਹੀਂ ਸਮਝਦੇ, ਅਸੀਂ ਗਲਤ ਅਰਥ ਕਰਕੇ ਆਪ ਵੀ ਖੁਆਰ ਹੁੰਦੇ ਹਾਂ, ਪਾਪ ਦੇ ਭਾਗੀ ਬਣਦੇ ਹਾਂ, ਅਤੇ ਦੂਜਿਆਂ ਨੂੰ ਜਿਹਨੂੰ ਸਮਝਾਉਂਦੇ ਹਾਂ ਉਸ ਨੂੰ ਵੀ ਪ੍ਰੋਬਲਮ ਦੇ ਵਿੱਚ ਪਾਉਂਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦਾ ਭਾਉ ਆਵੇ, ਅਦਬ ਆਵੇ, ਸਤਿਕਾਰ ਆਵੇ, ਸਤਿਗੁਰੂ ਕੀ ਬਾਣੀ ਕਾ ਸਤਿਕਾਰ ਆਵੇ, ਅਤੇ ਜਿਹਦੇ ਕਰਕੇ ਸਾਡੇ ਹਿਰਦੇ ਵਿੱਚ ਭਾਉ ਪੈਦਾ ਹੋਵੇ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पाते अबर न तेरी पाते।